हेलो बेटा जी, मैं जगरूप सिंह सरकारी सीनियर सैकेंडरी स्कूल मंडी गोबिंदगढ़ तो स्वागत करदा ਤੁਹਾਡਾ ਸਾਰਿਆਂ ਦਾ ਆਪਣੀ 6ਵੀਂ ਕਲਾਸ ਦੇ ਵਿੱਚ। ਅੱਜ ਬੇਟੇ ਆਪਾਂ ਅਭਿਆਸ ਨੰਬਰ 8.2 ਦੇ ਸਵਾਲ ਕਰਾਂਗੇ। ਸ਼ੁਰੂ ਕਰਦੇ ਹਾਂ ਬੇਟੇ। ਫਸਟ ਕੁਐਸਚਨ ਹੈ ਸਾਡਾ, ਇਹਨਾਂ ਬਕਸਿਆਂ ਦੀ ਸਹਾਇਤਾ ਨਾਲ ਸਾਰਣੀ ਨੂੰ ਪੂਰਾ ਕਰਕੇ ਦਸ਼ਮਲਵ ਰੂਪ ਵਿੱਚ ਲਿਖੋ। ਆਪ ਸਾਡੇ ਕੋਲ ਤੁਸੀਂ ਦੇਖਦੇ ਹੋ ਸਾਡੀ ਸਕਰੀਨ ਦੇ ਲੈਫਟ ਹੈਂਡ ਸਾਈਡ ਇੱਕ ਗ੍ਰਿਡ ਬਣਿਆ ਹੋਇਆ। ਇਹਨੂੰ ਦੇਖਣਾ ਤੇ ਪੜ੍ਹ ਕੇ ਇਹਨੂੰ ਕੀ ਇਹਦੀ ਇੱਕ ਸੰਖਿਆ ਬਣਾਉਣੀ ਆ। ਜਿਵੇਂ ਪਿਛਲੀ ਐਕਸਰਸਾਈਜ਼ 'ਚ ਦੇਖਿਆ ਸੀ, ਉਹਦੇ ਵਿੱਚ ਅਸੀਂ ਇੱਕ ਗ੍ਰਿਡ ਨੂੰ ਜਾਂ ਸਾਡੀ ਰਿਪਰੈਜ਼ੈਂਟੇਸ਼ਨ ਜਿਹੜੀ ਹੋਈ ਸੀ ਉਹਨੂੰ ਦੇਖ ਕੇ ਅਸੀਂ ਕੀ ਕਰਦੇ ਸੀ, ਸਾਰਣੀ ਬਣਾਉਂਦੇ ਸੀ। ਇਸ ਵਾਰੀ ਅਸੀਂ ਸਾਰਣੀ ਬਣਾਵਾਂਗੇ ਤੇ ਨਾਲ ਉਹਦੀ ਸੰਖਿਆ ਵੀ ਲਿਖਾਂਗੇ। ਮੈਂ ਬਾਕਸ ਤਿਆਰ ਕਰਕੇ ਰੱਖਿਆ ਜਿਹਦੇ ਵਿੱਚ ਮੈਂ ਭਰਾਂਗਾ ਇੱਥੇ ਇਕਾਈ, ਫਿਰ ਇੱਥੇ 10ਵੇਂ ਭਾਗ, ਫਿਰ 100ਵਾਂ ਭਾਗ ਤੇ ਫਿਰ ਸੰਖਿਆ। ਇਹਦੇ ਵੱਲ ਚੱਲਦੇ ਹਾਂ। ਸ਼ੁਰੂ ਕਰਦੇ ਹਾਂ ਜੀ। ਤਾਂ ਦੇਖੋ, ਫਸਟ ਆਫ ਆਲ ਮੇਰੇ ਕੋਲ ਜੋ ਮੇਰਾ ਬਾਕਸ ਆ, ਜੋ ਫਸਟ ਗ੍ਰਿਡ ਆ, ਇਹਦੇ ਵਿੱਚ ਦੇਖੋਗੇ ਕਿ ਹਰੇਕ ਕਾਲਮ ਜਿਹੜਾ ਭਰਿਆ ਹੋਇਆ ਉਹ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰ ਰਿਹਾ ਬੇਟੇ, ਸਾਡੇ 10ਵੇਂ ਭਾਗ ਨੂੰ, ਭਾਗ ਦਿਸ ਵਨ। ਠੀਕ ਹੈ ਜੀ। ਤੇ ਜੋ ਛੋਟੇ ਬਾਕਸ ਨੇ, ਇੱਕ ਡੱਬੀ ਛੋਟੀ ਜੋ ਭਰੀ ਹੋਈ ਆ ਚਾਹੇ ਖਾਲੀ ਆ, ਉਹ ਕਿਸ ਨੂੰ ਰਿਪਰੈਜ਼ੈਂਟ ਕਰ ਰਹੀ ਆ, 100ਵੇਂ ਭਾਗ ਨੂੰ। ਠੀਕ ਹੈ ਬੇਟਾ ਜੀ। ਭਾਵ ਜੇ ਕੋਈ ਪੂਰਾ ਦਾ ਪੂਰਾ ਕਾਲਮ ਜਾਂ ਰੋ ਉਹ ਫਿਲ ਹੋਈ ਆ, ਪੂਰੀ ਭਰੀ ਹੋਈ ਆ, ਭਾਵ ਉਹਦੇ ਵਿੱਚ 10 ਡੱਬੇ ਭਰੇ ਹੋਏ ਨੇ, ਤਾਂ ਮੇਰਾ ਉਹ 10ਵਾਂ ਭਾਗ ਰਿਪਰੈਜ਼ੈਂਟ ਕਰਦੀ ਆ। ਅਦਰਵਾਈਜ਼ ਬਾਕੀ ਜਿਹੜੀਆਂ ਛੋਟੀਆਂ ਸਿੰਗਲ ਨੇ ਉਹ ਮੇਰੇ 100ਵੇਂ ਭਾਗ ਨੂੰ ਰਿਪਰੈਜ਼ੈਂਟ ਕਰਦੀ ਆ, ਜਿਹਨੂੰ ਮੈਂ 1/100 ਤੇ ਇਸ ਰੂਪ ਵਿੱਚ ਲਿਖ ਸਕਦਾ। ਠੀਕ ਹੈ ਜੀ। ਹੁਣ ਫਸਟ ਕੁਐਸਚਨ 'ਚ ਦੇਖਦੇ ਹਾਂ। ਮੇਰੇ ਕੋਲ ਦੋ ਜਿਹੜੇ ਨੇ ਉਹ ਭਰੇ ਹੋਏ ਨੇ ਕਾਲਮ, ਦੋ ਕਾਲਮ ਭਰੇ ਹੋਏ ਨੇ, ਭਾਵ ਪੂਰਾ ਕਾਲਮ ਕਿਹਨੂੰ ਰਿਪਰੈਜ਼ੈਂਟ ਕਰਦਾ, 10ਵੇਂ ਭਾਗ ਨੂੰ। ਤਾਂ ਮੇਰੇ ਕੋਲ 10ਵੇਂ ਦੇ ਖਾਨੇ 'ਚ ਮੇਰੇ ਕੋਲ ਕਿੰਨੇ ਆ ਗਏ, 2। ਠੀਕ ਹੈ ਬੇਟਾ ਜੀ। ਤਾਂ ਅੱਗੇ ਦੂਸਰੇ ਮੇਰੇ ਕੋਲ ਸਿੰਗਲ ਦੇਖੋ, ਤੀਸਰੇ ਕਾਲਮ ਦੇ ਵਿੱਚ 1 2 3 4 5 ਅਤੇ 6 ਖਾਨੇ ਮੇਰੇ ਕੋਲ ਭਰੇ ਹੋਏ ਨੇ। ਤਾਂ ਮੇਰੇ ਕੋਲ ਇਹ ਆ ਗਏ 100ਵੇਂ ਭਾਗ ਦੇ ਮੇਰੇ ਕੋਲ ਕਿੰਨੇ ਰਿਪਰੈਜ਼ੈਂਟੇਸ਼ਨਾਂ ਭਰੀਆਂ ਹੋਈਆਂ ਨੇ, 6। ਪਰ ਇਕਾਈ ਤਾਂ ਹੋਊਗਾ ਜੇ ਮੇਰੇ ਕੋਲ ਪੂਰਾ ਗ੍ਰਿਡ ਭਰਿਆ ਹੋਇਆ ਹੋਊਗਾ। ਕੋਈ ਗ੍ਰਿਡ ਐਸਾ ਨਹੀਂ ਹੈ ਜਿਹੜਾ ਪੂਰਾ ਭਰਿਆ ਹੋਵੇ। ਸੋ ਇਕਾਈ ਦੇ ਵਿੱਚ ਮੇਰੇ ਕੋਲ ਕਿੰਨਾ ਆ ਗਿਆ ਬੇਟਾ, 0। ਤਾਂ ਮੇਰੇ ਕੋਲ ਸੰਖਿਆ ਕਿੰਨੀ ਬਣੀ ਬੇਟੇ, 0। ਇਕਾਈ ਦਾ ਅੰਕ ਦਸ਼ਮਲਵ। ਅੱਗੇ ਮੇਰੇ ਕੋਲ 10ਵੇਂ ਹਿੱਸੇ 'ਚ 10ਵੇਂ ਦੇ ਵਿੱਚ ਮੇਰੇ ਕੋਲ ਕਿੰਨਾ ਆ ਗਿਆ, 2। ਫਿਰ ਆ ਗਿਆ 100ਵੇਂ ਦੇ ਵਿੱਚ ਮੇਰੇ ਕੋਲ ਆ ਗਏ 6। ਤਾਂ ਮੇਰੇ ਕੋਲ ਸੰਖਿਆ ਬਣ ਗਈ 0.26। ਇੱਥੇ ਗੌਰ ਕਰਿਓ ਬੇਟੇ, 0.26 ਨਹੀਂ ਪੜ੍ਹਦੇ ਹੁੰਦੇ ਨੂੰ, 2 6। ਠੀਕ ਹੈ ਜੀ। ਦਸ਼ਮਲਵ ਤੋਂ ਬਾਅਦ ਦੇ ਜਿੰਨੇ ਅੰਕ ਹੁੰਦੇ ਨੇ ਉਹਨਾਂ ਨੂੰ ਕੱਲਾ ਕਰਕੇ ਬੋਲਦੇ ਹੁੰਦੇ ਆ। ਤੇ ਸ਼ੁਰੂ ਕਰਦੇ ਹਾਂ। ਅਗਲਾ ਕੁਐਸਚਨ ਆ ਜਿਹੜਾ ਸਾਡਾ, ਅਗਲੇ ਦੇ ਵਿੱਚ ਦੇਖੋਗੇ ਸਾਡੇ ਕੋਲ ਦੋ ਗ੍ਰਿਡ ਨੇ ਬੇਟੇ। ਪਹਿਲਾ ਗ੍ਰਿਡ ਪੂਰਾ ਭਰਿਆ ਹੋਇਆ, ਮਤਲਬ ਉਹ ਸਾਡੇ ਕੀ ਹੋਗੀ, ਇਕਾਈ ਅੰਕ ਪੂਰਾ ਇੱਕ ਫਿੱਲਾ, ਤਾਂ ਮਤਲਬ 1। ਦੈਨ ਦੂਸਰੇ ਗ੍ਰਿਡ ਦੇ ਵਿੱਚ ਦੇਖਦੇ ਆ ਤਾਂ ਸਾਡੇ ਕੋਲ ਇਸ ਵਾਰੀ ਰੋਜ਼ ਭਰੀਆਂ ਹੋਈਆਂ। ਕਿੰਨੀਆਂ ਰੋਜ਼ ਭਰੀਆਂ ਹੋਈਆਂ ਨੇ, ਗਿਣੋ ਬੇਟੇ। ਪੂਰੀਆਂ ਜਿਹੜੀਆਂ ਰੋਜ਼ ਭਰੀਆਂ ਹੋਈਆਂ ਨੇ 3। ਬਿਲਕੁਲ ਸਹੀ ਬੇਟੇ। ਜੇ 3 ਭਰੀਆਂ ਹੋਈਆਂ ਤਾਂ 10ਵੇਂ ਦੇ ਵਿੱਚ ਅਸੀਂ ਕਿੰਨਾ ਲਿਖਾਂਗੇ, 3, ਕਿਉਂਕਿ 3 10 ਦੇ ਟੁਕੜੇ ਪੂਰੇ ਭਰੇ ਹੋਏ ਨੇ। ਠੀਕ ਹੈ ਜੀ। ਕਿਉਂਕਿ ਇੱਕ ਰੋ ਦੇ ਵਿੱਚ 10 ਦਾ ਹਿੱਸਾ, ਤਾਂ 10 ਦੇ ਸੈੱਟ ਮੇਰੇ ਕੋਲ ਕਿੰਨੇ ਨੇ, 3। ਠੀਕ। ਤਾਂ ਅੱਗੇ ਹੁਣ 100ਵੇਂ ਭਾਗ ਦੇ ਵਿੱਚ ਦੇਖੋ, ਬਾਕੀ ਜਿਹੜੀ ਚੌਥੀ ਰੋ ਉਹਦੇ ਵਿੱਚ ਕਿੰਨੇ ਨੇ, ਚੌਥੀ ਰੋ ਦੇ ਵਿੱਚ ਮੇਰੇ ਕੋਲ ਕਿੰਨੇ ਭਰੇ ਹੋਏ ਨੇ, 8। ਤਾਂ ਮੇਰੇ ਕੋਲ ਸੰਖਿਆ ਬਣ ਗਈ, ਪਹਿਲਾਂ ਇਕਾਈ ਦਾ ਅੰਕ, ਉਸ ਤੋਂ ਬਾਅਦ ਦਸ਼ਮਲਵ, ਫਿਰ 10ਵੇਂ ਦੇ ਲਈ 3, ਫਿਰ 100ਵੇਂ ਦੇ ਲਈ 8। ਤਾਂ ਮੇਰੇ ਕੋਲ ਸੰਖਿਆ ਬਣੀ 1.38। ਤਾਂ ਕੀ ਪੜਾਂਗੇ, 1.38। ਦੈਨ ਸੀ ਪਾਰਟ ਦੇਖਦੇ ਹਾਂ ਬੇਟੇ। ਇਹ ਹੋ ਗਿਆ ਸਾਡਾ, ਬੀ ਹੋ ਗਿਆ। ਹੁਣ ਸੀ ਦੇ ਲਈ ਵੇਖਦੇ ਹਾਂ। ਤਾਂ ਸੀ ਦੇ ਲਈ ਦੇਖੋ, ਸਾਡੇ ਕੋਲ ਇੱਕ ਗ੍ਰਿਡ ਪੂਰਾ ਭਰਿਆ ਹੋਇਆ ਪਹਿਲਾਂ, ਤਾਂ ਇਕਾਈ ਦਾ ਅੰਕ ਸਾਡੇ ਕੋਲ ਪੂਰਾ 1। ਜੇ ਗ੍ਰਿਡਾਂ ਦੀ ਗਿਣਤੀ ਜਿੰਨੀ ਹੁੰਦੀ ਮੈਂ ਉਨੀ ਇੱਥੇ ਇਕਾਈਆਂ ਪਾਉਂਦਾ, ਪਰ ਇਕਾਈ ਇੱਕੋ ਹੀ ਆ। ਦੈਨ ਦੂਸਰੇ ਗ੍ਰਿਡ ਦੇ ਵਿੱਚ ਦੇਖੋ ਮੇਰੇ ਕੋਲ ਕਿੰਨੀਆਂ ਰੋਜ਼ ਭਰੀਆਂ ਹੋਈਆਂ, ਪੂਰੀਆਂ ਜੋ ਲਾਈਨਾਂ ਨੇ 10 ਦੇ ਸੈੱਟ,
ਤਾਂ 10-10 ਦੇ ਸੈੱਟ ਮੇਰੇ ਕੋਲ ਇਹਦੇ ਵਿੱਚ ਭਰੇ ਹੋਏ ਨੇ ਦੋ ਸੈੱਟ 10-10 ਦੇ। ਐਂਡ ਅੱਗੇ ਜਿਹੜਾ ਸੈੱਟ ਅਧੂਰੇ ਦੇ ਵਿੱਚ ਦੇਖਦੇ ਆ ਮੈਂ ਕਿੰਨੇ ਨੇ ਮੇਰੇ ਕੋਲ ਟੋਟਲ, ਗਿਣਤੀ ਕਰਕੇ ਦੇਖੋ ਬੇਟੇ, ਇਹ ਬਣਦੇ ਆ 8। ਠੀਕ ਹੈ ਜੀ, ਤਾਂ ਥਰਡ ਰੋ ਚ 8। ਤਾਂ ਮੇਰੇ ਕੋਲ ਸੰਖਿਆ ਕੀ ਬਣੀ ਜੀ 1.28। ठीक है बेटा जी। तो ये जनरली मैं देखना चाहां तो की बन की रहा जो दशमलव रूप दे लई इकाई तो बाद जो आ लाइन ना पाव। ठीक है जी, यह तो इधर इधर मेरे को किया दशमलव तो बाद वाले ने ते तो खब्बे पासे वाले मेरे दशमलव तो पहले वाले अंक ने। ठीक है बेटा जी, तो शुरू करते हैं अगला क्वेश्चन। अगला क्वेश्चन साडा हैगा ਸਥਾਨਕ ਮੁੱਲ ਸਾਰਣੀ ਨੂੰ ਵੇਖ ਕੇ ਦਸ਼ਮਲਵ ਰੂਪ ਵਿੱਚ ਲਿਖੋ। ਤਾਂ ਇੱਥੇ ਸਾਡੇ ਕੋਲ ਸਾਰਣੀ ਬੇਟੇ ਦਿੱਤੀ ਹੋਈ ਆ, ਹੁਣ ਆਪਾਂ ਦਸ਼ਮਲਵ ਰੂਪ ਚ ਲਿਖਣਾ। ਤਾਂ ਫਸਟ ਕੁਐਸਚਨ ਦੇਖਦੇ ਹਾਂ, ਇਹਦਾ ਫਸਟ ਪਾਰਟ ਦੇ ਵਿੱਚ ਦੇਖਦੇ ਹਾਂ। ਦੇਖੋ ਉੱਪਰ ਸੈਂਕੜਾ, ਦਹਾਈ, ਇਕਾਈ, ਦਸਵਾਂ, ਸੌਵਾਂ ਅਤੇ ਹਜ਼ਾਰਵਾਂ। ਠੀਕ ਹੈ ਜੀ, ਤਾਂ ਸਾਡੇ ਆਪਾਂ ਹੁਣੇ ਗੱਲ ਕਰਕੇ ਹਟੇ ਸੀ ਕਿਹਦੇ ਉੱਪਰ ਵਰਕ ਹੋਣਾ। ਆਪਾਂ ਇਕਾਈ ਤੋਂ ਦਸਵੇਂ ਦੇ ਵਿਚਾਲੇ ਕੀ ਹੁੰਦਾ ਸਾਡੇ ਕੋਲ ਦਸ਼ਮਲਵ ਲੱਗਦਾ ਹੈ। ਤਾਂ ਸਾਰਣੀ ਨੂੰ ਦੇਖਦੇ ਹਾਂ ਬੇਟੇ। ਤਾਂ ਮੇਰੇ ਕੋਲ ਕੀ ਆ ਇਕਾਈ ਤੋਂ ਲੈਫਟ ਅਤੇ ਰਾਈਟ ਨੂੰ ਮੈਂ ਦੇਖੂੰਗਾ। ਮੇਰੇ ਕੋਲ ਦੇਖੋ ਦਸ਼ਮਲਵ ਲਗਾਇਆ, ਇੱਥੇ ਇਕਾਈ, ਇੱਧਰ ਦਹਾਈ, ਇੱਥੇ ਸੈਂਕੜਾ। ਤੇ ਉਸੇ ਤਰੀਕੇ ਨਾਲ ਦਸ਼ਮਲਵ ਤੋਂ ਸੱਜੇ ਪਾਸੇ ਨੂੰ ਮੇਰੇ ਕੋਲ ਕੀ ਹੋਣਗੇ ਦਸਵਾਂ, ਉਸ ਤੋਂ ਬਾਅਦ ਦੇ ਵਿੱਚ ਸੌਵਾਂ ਤੇ ਹਜ਼ਾਰਵਾਂ। ਇਸ ਤਰੀਕੇ ਦੇ ਨਾਲ ਮੇਰੇ ਕੋਲ ਅੰਕਾਂ ਦੀ ਸਥਿਤੀ ਹੋ। ਸੋ ਫਸਟ ਕੁਐਸਚਨ ਦੇ ਵਿੱਚ ਦੇਖਦੇ ਹਾਂ। ਸੈਂਕੜੇ ਦੇ ਲਈ ਮੇਰੇ ਕੋਲ 0, ਦਹਾਈ ਦੇ ਲਈ ਮੇਰੇ ਕੋਲ 0, ਇਕਾਈ ਦੇ ਲਈ ਮੇਰੇ ਕੋਲ ਕਿੰਨਾ ਦਿੱਤਾ ਹੋਇਆ ਜੀ 3, ਅੱਗੇ ਦਸ਼ਮਲਵ, ਫਿਰ ਦਸਵੇਂ ਦੇ ਲਈ ਮੇਰੇ ਕੋਲ ਕੀ ਆ ਗਿਆ 2, ਸੌਵੇਂ ਦੇ ਲਈ ਆ ਗਿਆ ਜੀ 5 ਅਤੇ ਹਜ਼ਾਰਵੇਂ ਦੇ ਲਈ 0। ਤਾਂ ਮੇਰੇ ਕੋਲ ਸੰਖਿਆ ਕੀ ਬਣੀ ਦੇਖੋ, ਅਗਲੇ ਜੋ ਦਸ਼ਮਲਵ ਤੋਂ ਪਹਿਲਾਂ ਵਾਲੇ ਅੱਖਰ ਦੇ ਅੱਗੇ ਜਿੰਨੀਆਂ 0 ਹੁੰਦੀਆਂ ਉਹਨੂੰ ਅਸੀਂ ਗਿਣਤੀ 'ਚ ਨਹੀਂ ਰੱਖਦੇ। ਤਾਂ ਸਾਡੇ ਕੋਲ ਕੀ ਬਣਿਆ ਜੀ ਇਹ 3.250। ਠੀਕ ਹੈ ਜੀ, ਇਹ ਸਾਡਾ ਫਸਟ ਆਪਸ਼ਨ ਦਾ ਆਨਸਰ ਹੈ। ਦੈਨ ਅਗਲੇ ਵੱਲ ਚੱਲਦੇ ਹਾਂ ਜੀ। ਇਹਦੇ ਲਈ ਮੇਰੇ ਕੋਲ ਕੀ ਆ ਗਿਆ ਜੀ ਸੈਂਕੜੇ ਦੇ ਲਈ 1, ਦਹਾਈ ਦੇ ਲਈ 0, ਇਕਾਈ ਦੇ ਲਈ 2, ਇਕਾਈ ਤੋਂ ਬਾਅਦ ਲੱਗਦਾ ਦਸ਼ਮਲਵ, ਫਿਰ ਆ ਗਿਆ ਜੀ ਮੇਰੇ ਕੋਲ ਦਸਵੇਂ ਦੇ ਲਈ 6, ਸੌਵੇਂ ਦੇ ਲਈ ਦਿੱਤਾ ਹੋਇਆ ਨੇ 3 ਤੇ ਹਜ਼ਾਰਵੇਂ ਦੇ ਲਈ 0। ਠੀਕ ਹੈ ਬੇਟਾ ਜੀ, ਤਾਂ ਮੇਰੇ ਕੋਲ ਇੱਥੇ ਰਿਪਰੈਜ਼ੈਂਟੇਸ਼ਨ ਆ ਚੁੱਕੀ ਹੈ ਜੀ। ਤਾਂ ਮੇਰੇ ਕੋਲ ਦਸ਼ਮਲਵ ਕੀ ਬਣਿਆ ਦਸ਼ਮਲਵ ਰੂਪ ਚ 102.630। ਥਰਡ ਪਾਰਟ ਵੱਲ ਚੱਲਦੇ ਹਾਂ। ਸੈਂਕੜੇ ਦੇ ਲਈ ਬੇਟੇ ਸਾਡੇ ਕੋਲ 0 ਆ, ਮੈਂ ਇੱਥੇ 0 ਇਸ ਲਈ ਰਿਪਰੈਜ਼ੈਂਟੇਸ਼ਨ ਚ ਨਹੀਂ ਲਿਖੂੰਗਾ। ਤਾਂ ਮੇਰੇ ਕੋਲ ਦਹਾਈ ਦੇ ਲਈ ਮੇਰੇ ਕੋਲ ਕਿੰਨਾ ਆ ਗਿਆ ਜੀ 3, ਇਕਾਈ ਦੇ ਲਈ ਆ ਗਿਆ ਮੇਰੇ ਕੋਲ 0, ਇਕਾਈ ਤੋਂ ਬਾਅਦ ਦਸ਼ਮਲਵ, ਦਸਵੇਂ ਦੇ ਲਈ 0, ਸੌਵੇਂ ਦੇ ਲਈ 2 ਅਤੇ ਹਜ਼ਾਰਵੇਂ ਦੇ ਲਈ ਆ ਗਿਆ 5। ਤਾਂ ਮੇਰੇ ਕੋਲ ਕੀ ਬਣੀ ਜੀ ਸੰਖਿਆ 30.025। ਠੀਕ ਹੈ ਜੀ, ਤਾਂ ਫੋਰਥ ਪਾਰਟ ਵੱਲ ਚੱਲਦੇ ਹਾਂ। ਫੋਰਥ ਦੇਖਦੇ ਹਾਂ ਬੇਟੇ। ਫੋਰਥ ਦੇ ਲਈ ਸੌਵੇਂ ਦੇ ਲਈ ਜੋ ਸੈਂਕੜਾ ਹੈ ਸਾਡੇ ਕੋਲ 2, ਇਕਾਈ ਦੇ ਲਈ 1, ਫਿਰ 1, ਦਸ਼ਮਲਵ 902 ਭਾਵ 211.902। ਇਸੇ ਤਰੀਕੇ ਨਾਲ ਜੋ ਫਿਫਥ ਪਾਰਟ ਆ ਉਹ ਵੀ ਦੇਖਦੇ ਆ। ਇਹਦਾ ਕੈਲਕੂਲੇਟ ਕਰਕੇ ਬਣਿਆ ਬੇਟੇ ਮੇਰੇ ਕੋਲ 12.241। ਠੀਕ ਹੈ ਬੇਟਾ ਜੀ, ਜੋ ਇਹਦੇ ਨਾਲ ਸਾਡਾ ਸੈਕਿੰਡ ਜੋ ਕੁਐਸਚਨ ਆ ਉਹ ਕੰਪਲੀਟ ਹੁੰਦਾ। ਥਰਡ ਕੁਐਸਚਨ ਵੱਲ ਚੱਲਦੇ ਆ ਬੇਟੇ। ਥਰਡ ਹੈ ਜੀ ਹੇਠ ਦਿੱਤੇ ਦਸ਼ਮਲਵਾਂ ਨੂੰ ਸਥਾਨਕ ਮੁੱਲ ਸਾਰਣੀ ਬਣਾ ਕੇ ਲਿਖੋ। ਆਵੇ ਇਸ ਜਗ੍ਹਾ ਤੇ ਅਸੀਂ ਹੁਣ ਕੀ ਕਰਨਾ, ਹੁਣੇ ਆਪਾਂ ਕੀ ਕੀਤਾ ਸੀ ਸਾਰਣੀ ਦਿੱਤੀ ਸੀ ਤੇ ਦਸ਼ਮਲਵ ਰੂਪ ਚ ਲਿਖਿਆ ਸੀ। ਇਸ ਵਾਰੀ ਦਸ਼ਮਲਵ ਦਿੱਤੇ ਹੋਏ ਨੇ, ਸਾਰਣੀ ਬਣਾਉਣੀ ਆ। ਤਾਂ ਮੇਰੇ ਕੋਲ
टेबल में बना लिया बेटे, सारणी बना चुके हैं। तो शुरू करते हैं। तो मेरे को पहला जो क्वेश्चन है वो है जी 0.29। ठीक है बेटा जी, 0.29। देखो दशमलव जो हुंदा इत्थे मैं पहला भी आपां गल कीती सी, जो 10वें भाग अते इकाई ते दरम्यान ये साडा जो लाइन आ दशमलव नूं रिप्रजेंट करती है। ठीक है जी, दशमलव तो पहला की हुंदा इकाई, इकाई मेरे को 0 है। ठीक है जी, सो 2 भाव 10वें दे विच मेरे को 2 आ गया अते 100वें दे विच मेरे को 9 आ गया। ठीक है जी, तो बाकी मेरे को नहीं है, तो बाकी मेरे को की आ गया 0, सैकड़ा भी 0, दहाई भी 0 अते हजारवां भी मेरे को 0 आएगा बेटा जी। ठीक है जी, नैक्सट है बेटा साडे कोल 2.08। फिर उस तरह देखते हैं दशमलव साडे कोल इस लाइन नूं रिप्रजेंटेशन दे रहा, तो इकाई दे लई मेरे को आ गया 2, 10वें दे लई आ गया 0, फिर अगला हैगा जी मेरे को 8, 8 मेरे को 100वें नूं रिप्रजेंट कर रहा है, तो मेरे को सारणी दे विच भरिया गया। बाकी सारियां नूं मैं की लिखूंगा बेटे 0, बिल्कुल सही। ठीक है बेटा जी, सो सैकेंड पार्ट मेरा कंप्लीट है जी। दैन थर्ड पार्ट वाल चलते हैं। थर्ड हैगा मेरे को 19.60। दशमलव पहला इकाई अते दहाई कितना आ गया मेरे को 9 अते 1, इधर आ गया मेरे को 6 अते 0। दशमलव तो खब्बे अते सज्जे नूं देखण, दशमलव तो खब्बे अते सज्जे देख रहे हैं। इसे लाइन तो शुरू करना बेटे, यही लाइन थोड़ी रिप्रजेंटेशन दे रही है, इत्थों ही तुहानूं आइडिया हो जाना कि असीं कित्थे लिखना है। बाकी दे सारे की लिखूंगा मैं खानियां दे विच 0। दैन फोर्थ पार्ट हैगा जी मेरे को 148.32 करते हैं बेटे। 148 इस जगह पे वैसे ही रिप्रेजेंटेशन जो मेरे को आ गया 100 मैंने सैकड़े में, सैकड़े दिखाने च मेरे को 1 आएगा। ठीक, पर मैं इधर नहीं, मैं फिर इत्थों शुरू करदा। आ लाइन मेरी इकाई ते 10वें भाग दी इकाई दे विच, तां इकाई दा अंक मेरे को आ गया जी 8, तां दहाई च मेरे को आ गया 4, सैकड़े दे विच आ गया मेरे को 1। दशमलव तो सज्जे पासे वेखदे आ, 10वां भाग आ गया 3 ते 100वां भाग मेरे को आ गया 2। बाकी हजारवां भाग है नहीं गया, इसलिए उसकी जगह तक ही लग गया 0। ठीक है बेटा जी, आगे चलते हैं बेटे। नेक्स्ट है साडे कोल 200.812। 200 मतलब 2 सैकड़े। ठीक है जी, इस पास भी थोड़ा एक बार लिख के दिखा दें। 2 सैकड़े मेरे को 2 ने तो 2, दहाई मेरे को है नहीं 0, इकाई है नहीं 0, दशमलव ऑटोमैटिकली उत्थे आ जाएगा जी। तो 8 10वें भाग च, 100वां भाग मेरे को कितना आ गया जी 1 अते हजारवां भाग मेरा आ गया 2। इहदे नाल बेटे साडा थर्ड क्वेश्चन खत्म हुंदा है। अगे चलते आपां क्वेश्चन नंबर 4 दे लई। क्वेश्चन नंबर 4 की कह रहा बेटे, हेठ लिखियां विचों हरेक नूं दशमलव रूप विच लिखो। ठीक है जी, भाव साडे कोल एक्सपेंडेड फॉर्म दिती हुई है। जिवें फर्स्ट पार्ट देखते हैं असीं 20 जमा 9 जमा 4/10 जमा 1/100। ठीक है बेटा जी, तो हुण इहदा मैं की रूप बनाऊंगा, दशमलव रूप च लिखूंगा। तो शुरू करते हैं। ये मेरे को 9 इकाई रूप में रिप्रेजेंट कर रहा है, तो 9 ये तो बाद दशमलव होगा। दहाई दे मेरे को 20 आ, भाव 2 दहाइयां ने, तो इतने 2 लिखा गया जी। 4 मेरे को 10वें भाग के लिए रिप्रेजेंटेशन आ रही है, तो 4
100वें ਦੇ ਲਈ ਮੇਰੇ ਕੋ 1 ਆ ਰਿਹਾ ਤਾਂ ਇੱਥੇ ਆ ਗਿਆ 1 ਤਾਂ ਮੇਰਾ ਦਸ਼ਮਲਵ ਰੂਪ ਕੀ ਬਣਿਆ ਬੇਟੇ 29.41 ਸੋ ਇਹ ਮੇਰਾ ਫਸਟ ਪਾਰਟ ਜੋ फोर्थ क्वेश्चन ਦਾ ਮੇਰਾ ਤਾਂ ਕੰਪਲੀਟ ਹੋ ਗਿਆ बी पार्ट वाल चलते हैं बेटे 30 जमा 4 बटा 10 जमा 8 बटा 100 जमा 3 बटा 1000 तो शुरू करते हैं बेटे ਇਹਦੇ ਲਈ ਕੀ ਹੋਊਗਾ ਸਾਡੇ ਕੋਲ दशमलव लगाया जी दशमलव तो पहला इकाई अंक मेरे को कोई नहीं है बेटी तो इकाई अंक मेरे को कितना आ गया 0 दहाइयां ਦੇ ਲਈ ਮੇਰੇ ਕੋ ਕਿੰਨਾ ਬਚਿਆ ਹੋਇਆ 30 ਤਾਂ ਮੇਰੇ ਕੋ 3 ਦਹਾਈਆਂ ਨੇ ਬੇਟੇ ਅਤੇ ਮੇਰੇ ਕੋ 10ਵੇਂ ਦੇ ਲਈ ਕੀ ਆਇਆ ਜੀ 4 100ਵੇਂ ਦੇ ਲਈ ਆਇਆ ਜੀ 8 ਅਤੇ 1000ਵੇਂ ਦੇ ਲਈ ਮੇਰੇ ਕੋ ਆਇਆ 3 ਠੀਕ ਹੈ ਬੇਟਾ ਜੀ ਅੱਗੇ ਦੇਖਦੇ ਹਾਂ ਆਪਾਂ ਜੋ ਮੇਰਾ ਸੀ ਪਾਰਟ ਹੈ ਉਹ ਹੈਗਾ ਜੀ 137 जमा 5 बटा 100 करते हैं शुरू फिर जी इस जगह बेटे 137 सीधा ही लिखा होया भाव इत्थे 137 इकाई दहाई ਅਤੇ सैकड़ा रूप मेरे को ऑलरेडी हैगा तो मैं 137 मेरे को सीधा ही आ चुका है जी दशमलव तो बाद वाली गल कर रहे हैं मेरे को ਸੀਗਾ 5 मेरे को 100वें रूप ਨੂੰ रिप्रजेंट कर रहा 10वें रूप ਨੂੰ मेरे को कुछ नहीं है तो मेरे को 10वें ਦੇ ਲਈ ਲੱਗ ਗਿਆ 0 100वें ਦੇ ਲਈ मेरे को आ गया 5 तो मेरे को ਕੀ ਬਣਿਆ ਜੀ ਇਹ 137.05 ठीक है बेटा जी आगे करते हैं जी अगला क्वेश्चन अपना 23.2/10 जमा 6/1000 शुरू मैं उस तरीके तो करता हूँ दशमलव तो बेटे सो मेरे को इकाई ਅਤੇ ਦਹਾਈ ਦੀ ਗੱਲ ਕਰਦਾ ਮੇਰੇ ਕੋ ਸਿੱਧਾ 23 ਦੀ ਰਿਪਰੈਜ਼ੈਂਟੇਸ਼ਨ ਲਿਖੀ ਆ ਮੈਂ ਚਾਹਾਂ ਤਾਂ 23 ਨੂੰ ਬੇਟੇ ਤੋੜ ਕੇ ਲਿਖ ਸਕਦਾ ਬਟ ਮੇਰੇ ਕੋ ਸਿੱਧਾ ਜਿਹਾ ਮੈਂ ਦਸ਼ਮਲਵ ਰੂਪ ਚ ਲਿਖਣਾ ਤੇ ਮੇਰੇ ਕੋ ਸਿੱਧਾ 23 ਹੀ ਲਿਖਿਆ ਹੋਇਆ ਹੈ ਮੈਂ 23 ਹੀ ਯੂਜ਼ ਕਰ ਸਕਦਾ ਹਾਂ ਦੈਨ ਉਸ ਤੋਂ ਬਾਅਦ ਮੇਰੇ ਕੋ 10ਵੇਂ ਭਾਗ ਦੇ ਲਈ ਮੇਰੇ ਕੋ ਹੈਗਾ ਜੀ 2 ਅਤੇ 100ਵਾਂ ਭਾਗ ਤੁਸੀਂ ਦੇਖੋਗੇ ਬੇਟੇ ਇਹ ਹੈਗਾ 10ਵੇਂ ਭਾਗ ਦੀ ਗੱਲ ਇਹ ਹੈਗਾ 1000ਵੇਂ ਭਾਗ ਦੀ ਗੱਲ ਸੋ 100ਵਾਂ ਭਾਗ ਕਿੱਥੇ ਆ नहीं है सो 100वां भाग मैं की लिखूंगा 0 सो मेरे को की बचा हुण हाँ एक चीज बच गई है केड़ी दिस वन ए टर्म दा मेरे को केड़ा हैगा जी 6 तो 6 किनू रिप्रेजेंट कर रहा 1000वें भाग नू तो कित्थे आएगा सब तो पिछे 1000वीं जगह ते तो इत्थे कितना आ गया मेरे को 23.206 ठीक है बेटा जी ਇਹ ਤੋਂ ਬਾਅਦ ਆਪਾਂ ਅਗਲੇ ਪਾਰਟ ਵੱਲ ਚੱਲਦੇ ਹਾਂ ਅਗਲਾ ਪਾਰਟ ਹੈ ਬੇਟਾ 700 ਜਮਾ 20 ਜਮਾ 5 ਜਮਾ 9/100 ठीक है बेटा जी तो शुरू करते हैं ये मेरे को 700 ਦਾ ਭਾਵ 7 ਸੈਂਕੜੇ ਨੇ 20 ਦਾ ਭਾਵ 2 ਦਹਾਈਆਂ ਨੇ 5 ਦਾ ਭਾਵ ਇਕਾਈ ਹੈ ਮੇਰੇ ਕੋਲ ਦਸ਼ਮਲਵ ਇਕਾਈ ਲਈ 5 ਦਹਾਈ ਲਈ ਮੇਰੇ ਕੋਲ 2 ਆਇਆ ਸੈਂਕੜੇ ਕਿੰਨੇ ਨੇ 7 ਨੇ ਤਾਂ ਮੇਰੇ ਕੋਲ 10ਵਾਂ ਭਾਗ ਇੱਥੇ ਹੈ ਨਹੀਂ ਕੋਈ ਮੇਰੇ ਕੋਲ 9 ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰ ਰਿਹਾ 100ਵੇਂ ਭਾਗ ਨੂੰ ਤਾਂ 10ਵਾਂ ਭਾਗ ਮੇਰੇ ਕੋਲ 0 ਤੇ 100ਵੇਂ ਭਾਗ ਦੀ ਜਗ੍ਹਾ ਕੀ ਲੱਗ ਜੂ ਬੇਟੇ 9 ਤਾਂ ਮੇਰੇ ਕੋਲ ਕਿੰਨਾ ਬਣਿਆ ਜੀ ਇਹ 725.09 ਇਹਦੇ ਨਾਲ ਬੇਟੇ ਸਾਡਾ ਜੋ ਚੌਥਾ ਕੁਐਸਚਨ ਆ ਉਹ ਖਤਮ ਹੁੰਦਾ ਅੱਗੇ ਚੱਲਦੇ ਹਾਂ ਬੇਟੇ 5th ਕੁਐਸਚਨ ਦੇ ਲਈ 5th ਕੁਐਸਚਨ ਦੇ ਵਿੱਚ ਦੇਖਦੇ ਹਾਂ ਕੀ ਲਿਖਿਆ ਹੇਠ ਲਿਖੇ ਦਸ਼ਮਲਵਾਂ ਨੂੰ ਸ਼ਬਦਾਂ ਵਿੱਚ ਲਿਖੋ ਓਕੇ ਤਾਂ ਸ਼ਬਦਾਂ ਦੇ ਵਿੱਚ ਲਿਖਣਾ ਤਾਂ ਸਾਡੇ ਕੋਲ ਕੀ ਹੈ ਜੀ ਜਿਵੇਂ ਫਰਸਟ ਪਾਰਟ ਆ
ਤਾਂ 0.03। ਤਾਂ ਮੇਰੇ ਕੋ ਕੀ ਲਿਖਾਂਗੇ ਜੀ ਇਹਨੂੰ ਬਿਲਕੁਲ ਉਸੇ ਤਰੀਕੇ ਨਾਲ ਇੰਗਲਿਸ਼ ਦੇ ਵਿੱਚ ਮੈਂ ਲਿਖ ਸਕਦਾ 0.03। ਪੰਜਾਬੀ ਦੇ ਵਿੱਚ ਮੈਂ 0 ਵੀ ਲਿਖ ਸਕਦਾ ਬਟ ਸਪੈਸੀਫਿਕ ਕੀ ਚੀਜ਼ ਹੁੰਦੀ ਆ ਸਿਫਰ। ਸਿਫਰ ਦਸ਼ਮਲਵ ਸਿਫਰ 3। ਠੀਕ ਹੈ ਬੇਟਾ ਜੀ। ਸੋ ਇਹੀ ਇਹਦੀ ਰਿਪਰੈਜ਼ੈਂਟੇਸ਼ਨ ਆ। ਇੰਨਾ ਕੁ ਸਾਡਾ ਕੁਐਸਚਨ ਆ ਜੀ ਜਾਊਗਾ ਪੇਪਰ ਦੇ ਵਿੱਚ। ਇਸੇ ਤਰੀਕੇ ਨਾਲ ਤੁਸੀਂ ਕੁਐਸਚਨ ਲਿਖ ਦੇਣਾ ਬਸ। ਅਗਲੇ ਪਾਰਟ ਵੱਲ ਚੱਲਦੇ ਹਾਂ। ਬੀ ਪਾਰਟ ਲਿਖਿਆ ਹੋਇਆ ਬੇਟੇ 1.20। ਠੀਕ ਹੈ ਜੀ। ਹੁਣ ਇਸ ਜਗ੍ਹਾ ਤੋਂ ਦੇਖੋ ਮੇਰੇ ਕੋ ਕੀ ਲਿਖਿਆ ਜੀ 1.20। ਇੱਥੇ ਨੂੰ ਵੀ ਨਹੀਂ ਲਿਖ ਦੇਣਾ। ਜੇ ਵੀ ਲਿਖੂਗੇ ਤਾਂ ਸਾਡਾ ਕੁਐਸਚਨ ਗਲਤ ਹੋ ਜਾਏਗਾ। ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਦਸ਼ਮਲਵ ਤੋਂ ਬਾਅਦ ਵਾਲੀਆਂ ਜੋ ਅੰਕ ਨੇ ਉਹਨਾਂ ਨੂੰ ਇਕੱਲੇ ਇਕੱਲੇ ਪੜ੍ਹਦੇ ਹੁੰਦੇ ਆ। ਤਾਂ ਇੱਥੇ ਕੀ ਆ ਗਿਆ ਜੀ 1.20। तो मेरे को किया है जी 1.20। ठीक है जी। अगे देख लो नैक्सट लाई उस तरीके नाल सी पार्ट आ। लो बेटा जी इनू आप की लिखांगे इस बारी बेटे लिखोगे तुसी। मैं सिर्फ तुहानू दसूंगा कि की लिखा जा सकता। चलो अपने को दो ऑप्शंस ने। पहली ऑप्शन हैगी आ मैनू लिखा 108.56। दूसरी ऑप्शन हैगी आ 108.5 केड़ी ऑप्शन सही आ जो पहला बोली है बाद दी? सोचो 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 बेटे। गुड। मेरे को की ऑप्शन सही है जी 108 कितना 5-6। ठीक है जी। तो 5-6 ही लिखे जाना 56 नहीं लिखे ना। दोबारा फिर दस रहे की लिखांगे 108.56। ठीक है बेटा जी। चलो जी अगे पार्ट नंबर डी। डी दे लिए देखते हैं साढ़े को ऑप्शन दिस वन। ਇਹਦਾ ਕੀ ਲਿਖਿਆ ਨਾ ਸੋਚੋ ਜਲਦੀ ਜਲਦੀ ਜਲਦੀ। ਵੈਰੀ ਗੁੱਡ। ਇਹ ਹੈਗਾ ਜੀ 10.7 कितना जी 0.7। बिल्कुल सही है बेटा जी 10.07। ठीक है बेटा जी। अगे अपने को ऑप्शन है जी क्वेश्चन आ 5.00। इनू की लिखांगे बेटे 5.00। देखो इतने बेटे दो सिफर सी ना तो दो बारी 0.08। बिल्कुल सही है। ठीक है जी बेटा जी। लास्ट हैगा जी क्वेश्चन साडा ਇਹਦਾ दिस वन। ਇਹਦੇ ਲਈ ਕੀ ਲਿਖਾਂਗੇ बेटे? उम्मीद है तुसी सारे ने हल कर लिया होएगा। ताकि आऊगा शुरू सिफर तो हो रहा था 0.03 बिल्कुल ठीक है बेटा जी। ਇਹਦੇ ਨਾਲ ਸਾਡਾ क्वेश्चन नंबर जो 5 खत्म होता है। अगले क्वेश्चन वाल चलते हैं बेटे। अगला क्वेश्चन की है साडा देखते हैं
ਸੰਖਿਆ ਰੇਖਾ ਉੱਤੇ ਕਿਹੜੇ ਦੋ ਬਿੰਦੂਆਂ ਦੇ ਵਿੱਚ ਹੇਠ ਦਿੱਤੀਆਂ ਸੰਖਿਆਵਾਂ ਸਥਿਤ ਹਨ। ਮੀਨਿੰਗ ਸਾਡੀ ਜੋ ਨੰਬਰ ਲਾਈਨ ਹੈ ਸੰਖਿਆ ਰੇਖਾ ਹੈ ਉਹਦੇ ਇੱਕ ਵਾਰੀ ਤੁਹਾਨੂੰ ਰਿਪਰੈਜ਼ੈਂਟੇਸ਼ਨ ਦਿਖਾ ਦਿੰਦਾ ਬੇਟੇ। ਜਿਵੇਂ ਆਹ ਰਿਹਾ ਮੇਰੇ ਕੋਲ 5 ਆ 6 ਆ ਤੇ ਮੈਂ ਕਹਾਂ ਜੀ 5.6 ਕਿਹਦੇ ਵਿੱਚ ਆ ਤਾਂ ਮੇਰੇ ਕੋਲ 5 ਅਤੇ 6 ਦੇ ਵਿੱਚ ਆ। ਠੀਕ ਹੈ ਜੀ। ਜੇ ਮੈਂ ਕਹਾਂ 5.6 3 ਕਿਹਦੇ ਵਿੱਚ ਆ ਜੀ ਤਾਂ ਹੁਣ ਇਹ ਦਸ਼ਮਲਵ ਦੇ ਅੱਗੇ ਆ ਤਾਂ ਭਾਵ 5.63 ਕਿਹਦੇ ਵਿਚਾਲੇ ਹੋਗੀ 5.6 ਅਤੇ 5.7 ਦੇ ਵਿਚਾਲੇ ਕਿਉਂਕਿ ਇਹ 6 ਤੋਂ ਜ਼ਿਆਦਾ ਅਤੇ 7 ਤੋਂ ਘੱਟ ਆ। ਇਹਦਾ ਰਿਪਰੈਜ਼ੈਂਟੇਸ਼ਨ ਦੇਖਣ ਦੇ ਲਈ ਮੈਂ ਕੀ ਕਰੂੰਗਾ 60 ਜਾਂ 70 ਵੀ ਲਿਖ ਸਕਦਾ ਹੈ ਤਾਂ ਮੈਨੂੰ ਥੋੜਾ ਜਿਹਾ ਸਮਝਣਾ ਈਜ਼ੀ ਹੋ ਜਾਂਦਾ ਬੇਟੇ। ਤਾਂ ਮੇਰੇ ਕੋਲ 5.6 ਨੂੰ 5.60 ਕਿਹਾ ਜਾ ਸਕਦਾ ਹੈ। ਠੀਕ ਹੈ ਬੇਟਾ ਜੀ। ਤਾਂ ਸ਼ੁਰੂ ਕਰਦੇ ਹਾਂ ਜੀ। ਸਾਡਾ ਫਰਸਟ ਕੁਐਸਚਨ ਆ ਜੀ ਇਹ ਭਾਗ 0.06। ਠੀਕ ਹੈ ਜੀ। ਕਿਹਦੇ ਵਿੱਚ ਸਥਿਤ ਆ ਜੀ ਤਾਂ ਅਸੀਂ ਦੇਖਦੇ ਹਾਂ ਇਹ ਸਥਿਤ ਆ ਜੀ ਦੇਖੋ 0.0 ਅਤੇ 0.1 ਦੇ ਵਿਚਕਾਰ ਸਥਿਤ ਹੈ। ਠੀਕ ਹੈ ਬੇਟਾ ਜੀ। ਤਾਂ ਕਿਹਦੇ ਵਿਚਕਾਰ ਸਥਿਤ ਹੈ ਬੇਟਾ 0.0 ਭਾਵ 0 ਵੀ ਲਿਖ ਦਾਂਗੇ ਤਾਂ ਵੀ ਕੋਈ ਫਰਕ ਨਹੀਂ। ਮੈਂ ਤੁਹਾਨੂੰ ਕੱਲ ਕੀਤੀ ਵੀ ਜਿਵੇਂ 5.6 ਨੂੰ 60 ਲਿਖਿਆ ਜਾ ਸਕਦਾ ਤਾਂ ਵੀ ਕੋਈ ਇੰਨੀ ਪ੍ਰੋਬਲਮ ਨਹੀਂ ਹੈਗੀ ਬੇਟੇ। ਤਾਂ ਸਾਨੂੰ ਥੋੜਾ ਜਿਹਾ ਸਮਝਣਾ ਈਜ਼ੀ ਹੋ ਜਾਂਦਾ ਹੈ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਤਾਂ ਨੈਕਸਟ ਕੁਐਸਚਨ ਸਾਡਾ ਹੈਗਾ ਜੀ 0.45। ਇਹ ਕਿਹਦੇ ਵਿਚਕਾਰ ਆ ਸਾਨੂੰ ਪਤਾ ਹੈ 0.4 ਅਤੇ 0.5 ਦੇ ਵਿਚਕਾਰ ਸਥਿਤ ਹੈ। ਬਿਲਕੁਲ ਠੀਕ ਹੈ ਬੇਟਾ। ਕਿਹਦੇ ਵਿਚਕਾਰ ਸਥਿਤ ਹੈ ਬੇਟਾ 0.4 ਅਤੇ 0.5। ਕਿਉਂ ਦੇਖੋ 0. ਜੇ ਦੂਸਰੇ ਸ਼ਬਦਾਂ ਵਿੱਚ ਦੇਖੀਏ 0.45 ਤਾਂ 0.40 ਅਤੇ 0.50 ਦੇ ਵਿੱਚ 40 ਨੂੰ ਮਤਲਬ 0.4 ਲਿਖ ਸਕਦੇ ਹਾਂ। 0.50 ਦਾ ਮਤਲਬ 0.5 ਲਿਖਿਆ ਜਾ ਸਕਦਾ। ਸੋ ਰਿਪਰੈਜ਼ੈਂਟੇਸ਼ਨ ਦੇ ਲਈ ਅਸੀਂ ਇਸ ਤਰ੍ਹਾਂ ਕਾਊਂਟ ਕਰ ਲਿਆ। ਅਗਲਾ ਕੁਐਸਚਨ ਹੈ ਬੇਟੇ ਸਾਡਾ 0.66। ਠੀਕ ਹੈ ਜੀ। ਤਾਂ ਇਹ ਕਿਹਦੇ ਵਿਚਕਾਰ ਸਥਿਤ ਹੈ ਬੇਟਾ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ 0.6 ਅਤੇ 0.7 ਦੇ ਵਿਚਕਾਰ। ਠੀਕ ਹੈ ਬੇਟਾ ਜੀ ਵੈਰੀ ਗੁੱਡ। ਅਗਲਾ ਦੇਖਦੇ ਹਾਂ ਬੇਟੇ ਆਪਾਂ ਨੈਕਸਟ ਜੋ ਹੈ 0.125। ਹੁਣ ਬੇਟੇ ਇੱਥੇ ਸਾਡੇ ਕੋਲ ਦੋ ਅੰਕ ਸੀਗੇ ਦਸ਼ਮਲਵ ਤੋਂ ਭਾਵ 10ਵੇਂ ਅਤੇ 100ਵੇਂ ਤੱਕ ਸੀ। ਇੱਥੇ ਸਾਡੇ ਕੋਲ ਕਿਹਦੇ ਤੱਕ ਆ 1000ਵੇਂ ਤੱਕ ਆ। ਜੇ 1000ਵੇਂ ਤੱਕ ਆ ਬੇਟੇ ਅਸੀਂ ਕਿਸ ਰੂਪ ਦੇ ਵਿੱਚ ਲਿਖਾਂਗੇ ਆਪਾਂ 100ਵੇਂ ਤੱਕ ਲਿਖਾਂਗੇ। ਤਾਂ ਇਹਦੇ ਲਈ ਕੀ ਲਿਖਾਂਗੇ ਅਸੀਂ 0.12 ਅਤੇ 0.13 ਦੇ ਵਿਚਕਾਰ। ਠੀਕ ਹੈ ਬੇਟਾ ਜੀ। ਇਹਦੇ ਨਾਲ ਬੇਟੇ ਸਾਡਾ ਕੁਐਸਚਨ ਖਤਮ ਹੁੰਦਾ ਹੈ। ਅਗਲੇ ਵੱਲ ਚੱਲਦੇ ਹਾਂ ਜੋ ਸਾਡਾ ਲਾਸਟ ਪਾਰਟ ਆ। ਕੁਐਸਚਨ ਨੰਬਰ 7 ਕੀ ਕਹਿੰਦਾ ਨਿਊਨਤਮ ਰੂਪ ਵਿੱਚ ਭਿੰਨ ਬਣਾ ਕੇ ਲਿਖੋ। ਠੀਕ ਹੈ ਜੀ। ਤਾਂ ਕਿਸ ਤਰ੍ਹਾਂ ਵਰਕ ਕਰਨਾ ਜੀ ਇਹਨੂੰ ਸਭ ਤੋਂ ਪਹਿਲਾਂ ਆ ਸਾਡੇ ਕੋਲ ਡੈਸੀਮਲ ਦਿੱਤਾ ਹੋਇਆ ਜੀ ਦਸ਼ਮਲਵ ਰੂਪ ਆ। ਇਹਨੂੰ ਫ੍ਰੈਕਸ਼ਨ ਰੂਪ ਭਾਵ ਭਿੰਨ ਰੂਪ 'ਚ ਲਿਖ ਲੈਣਾ। ਭਿੰਨ ਰੂਪ ਦੇ ਲਈ ਮੈਂ ਤੁਹਾਨੂੰ ਦੱਸਿਆ ਸੀ ਕਿ ਦਸ਼ਮਲਵ ਤੋਂ ਬਾਅਦ ਜਿੰਨੇ ਅੰਕ ਨੇ ਉਨੀਆਂ ਇੱਕ ਦੇ ਮਗਰ ਜ਼ੀਰੋਆਂ ਲਗਾ ਲੈਣੀਆਂ ਨੇ।
ਸਭ ਤੋਂ ਈਜ਼ੀ ਵੇ ਆ ਬੇਟਾ ਜੀ। ਤਾਂ ਸ਼ੁਰੂ ਕਰਦੇ ਆ ਜੀ ਕਟਿੰਗ ਕਰਨਾ, ਕਿਉਂਕਿ ਅਸੀਂ ਕੀ ਕਰਨਾ ਜੀ, ਇਹਨੂੰ ਨਿਊਨਤਮ ਰੂਪ ਚ ਲਿਖਣਾ। ਤਾਂ ਮੇਰੇ ਕੋਲ ਕਿੰਨਾ ਆ ਗਿਆ ਜੀ ਕਟਿੰਗ ਕਰਕੇ 6/10, ਤੇ ਉਹਨੂੰ ਬਾਅਦ ਕਟਿੰਗ ਕੀਤੀ 2 ਦੇ ਪਹਾੜੇ ਤੇ 3 ਦੂਣੀ 6 ਤੇ 5 ਦੂਣੀ 10 ਭਾਵ 3/5 0.05। ਠੀਕ ਆ ਜੀ। ਮੇਰੇ ਕੋਲ ਦਸ਼ਮਲਵ ਤੋਂ ਬਾਅਦ ਕਿੰਨੇ ਅੰਕ ਨੇ 2, ਤਾਂ ਮੇਰੇ ਕੋਲ ਕਿੰਨਾ ਆ ਗਿਆ ਜੀ ਨੀਚੇ 100 ਲੱਗ ਚੁੱਕਿਆ ਹੈ। ਤਾਂ ਅੱਗੇ ਤਾਂ 5 ਏਕਮ 5 20 5 100, ਤਾਂ ਮੇਰੇ ਕੋਲ ਨਿਊਨਤਮ ਰੂਪ ਕੀ ਆ ਗਿਆ 1/20। अगला क्वेश्चन देखते हैं बेटे 0.75 ਇਹਨੂੰ ਲਿਖਦੇ हैं बेटे। तो मेरे को आ गया 7/5 बटे दशमलव तो बाद किन्ने अंक ने 2, तो 19 जीरो लगातियां मैं एक दे मगर, तो मेरे को कितना गया 75/100। कटिंग करते हैं बेटे 25 ਦੇ ਪਹਾੜੇ ਤੇ ਕੱਟਿਆ ਜਾਂਦਾ 25 ਏਕਮ 25 25 ਦੁਣਾ 50 25 ਤੀਆ 75 ਤੇ 25 ਚੌਕਾ 100। ठीक है जी। तो मेरे को कितना आ गया जी 3/4 का न्यूनतम रूप आ गया जी। ठीक है बेटा जी। उम्मीद करते हैं थोनों अज का यह टॉपिक समझ लग गया होगा। सारिਆਂ ਦਾ बहुत बहुत धन्यवाद।